हेलो डियर स्टूडेंट्स, इस वीडियो ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਸਮ ਨੰਬਰ 8 ਐਕਸਰਸਾਈਜ਼ ਅਸਾइनमेंट 3 ਚੈਪਟਰ 13 ਕਲਾਸ 10th एनसीईआरटी बुक मैथमेटिक्स ਦਾ। सो सब तो पहला रीड आउट करिए स्टेटमेंट। वाटर इन अ कैनल 6 मीटर वाइड एंड 1.5 मीटर डीप is flowing with a speed of 10 kilometer per hour. How much area will it irrigate in 30 minutes if 8 centimeter of the standing water is needed? ਸੋ ਸਾਨੂੰ ਕੀ ਕਿਹਾ ਗਿਆ ਹੈ ਕਿ ਅਸੀਂ ਇੱਕ ਕੈਨਲ ਦਿੱਤੀ ਹੋਈ ਹੈ, ਅਸੀਂ ਡਾਈਮੈਂਸ਼ਨਸ ਦਿੱਤੀਆਂ ਹੋਈਆਂ, ਉਸ ਦੇ ਵਿੱਚੋਂ ਜੋ ਵਾਟਰ ਫਲੋ ਕਰਦਾ ਹੈ ਉਸਦੀ ਸਪੀਡ ਦਿੱਤੀ ਹੋਈ ਹੈ। ਸੋ ਅਸੀਂ ਫਾਈਂਡ ਆਊਟ ਕੀ ਕਰਨਾ ਹੈ, ਏਰੀਆ ਆਫ ਅ ਫੀਲਡ, ਕੋਈ ਜਗ੍ਹਾ ਹੈ ਜਿਸ ਨੂੰ ਇਰੀਗੇਟ ਕਰੇਗੀ। ਇਰੀਗੇਟ ਹੁੰਦਾ ਪਾਣੀ ਦੇਣਾ। ਸੋ ਇਹ ਕੈਨਲ ਕਿਸੇ ਏਰੀਆ ਨੂੰ ਇਰੀਗੇਟ ਕਰਦੀ ਹੈ, ਉਹ ਏਰੀਆ ਕਿੰਨਾ ਇਰੀਗੇਟ ਕਰੇਗੀ ਇਨ 30 ਮਿੰਟਸ। ਜੇ 8-8 ਸੈਂਟੀਮੀਟਰ ਪਾਣੀ ਖੜਾ ਹੋ ਜਾਏ ਉਸ ਏਰੀਆ ਦੇ ਵਿੱਚ ਤਾਂ ਅਸੀਂ ਇਹ फाइंड आउट करना एरिया कितना इरीगेट करेगी। सो स्टार्ट करिए। सब तो पहला तो ਅਸੀਂ ਇਹ ਦੇਖਾਂਗੇ ਵੀ 30 ਮਿੰਟਸ ਦੇ ਵਿੱਚੋਂ 30 ਮਿੰਟਸ ਦੇ ਵਿੱਚ ਇਸ ਕੈਨਲ ਦੇ ਵਿੱਚੋਂ ਕਿੰਨਾ ਪਾਣੀ ਫਲੋ ਆਊਟ ਹੋ ਜਾਏਗਾ। ਸੋ ਕਿੰਨਾ ਪਾਣੀ ਇਸ ਕੈਨਲ ਦੇ ਵਿੱਚੋਂ 30 ਮਿੰਟਸ ਦੇ ਵਿੱਚ ਏਰੀਆ ਦੇ ਵਿੱਚ ਜੋ ਫੀਲਡ ਹੈ ਉਸ ਦੇ ਵਿੱਚ ਚਲਾ ਜਾਏਗਾ। ਇਹ ਅਸੀਂ ਸਭ ਤੋਂ ਪਹਿਲਾ ਸਟੈਪ ਇਹਦੇ ਵਿੱਚ ਦੇਖਣਾ। ਸੋ ਉਹ ਕਿਵੇਂ ਪਤਾ ਲੱਗੇਗਾ। ਸੋ ਸਾਨੂੰ ਵਾਟਰ ਦੀ ਸਪੀਡ ਦਿੱਤੀ ਹੋਈ ਹੈ ਵੀ ਕਿਹੜੀ ਸਪੀਡ ਦੇ ਨਾਲ ਵਾਟਰ ਫਲੋ ਕਰ ਰਿਹਾ। ਸੋ ਸਪੀਡ ਆਫ ਵਾਟਰ ਕੀ ਹੈ, ਸਪੀਡ ਆਫ ਵਾਟਰ ਫਲੋਇੰਗ ਥਰੂ ਕੈਨਲ। So speed of water flowing through canal is equal to 10 किलोमीटर पर आवर है। सो ये स्पीड सानू ਦਿੱਤੀ ਹੈ स्पीड ऑफ वाटर flowing through canal। ਕੈਨਲ ਦੇ ਵਿੱਚੋਂ ਜਿਹੜਾ ਫਲੋ ਕਰ ਰਿਹਾ। ਹੁਣ ਇੱਥੇ ਦੇਖੋ ਅਸੀਂ ਫਾਈਂਡ ਆਊਟ ਕੀ ਕਰਨਾ ਹੈ 30 ਮਿੰਟਸ ਦੇ ਵਿੱਚ। ਮਿੰਟਸ ਦੇ ਵਿੱਚ ਪੁੱਛਿਆ ਵੀ 30 ਮਿੰਟਾਂ ਦੇ ਵਿੱਚ ਕਿੰਨਾ ਪਾਣੀ ਉਧਰ ਚਲਾ ਜਾਏਗਾ ਫੀਲਡ ਦੇ ਵਿੱਚ। ਦੂਜਾ ਜੋ ਡਾਈਮੈਂਸ਼ਨ ਦਿੱਤੀਆਂ ਹਨ ਕੈਨਲ ਦੀਆਂ ਉਹ ਵੀ ਸਾਨੂੰ ਮੀਟਰਸ ਦਿੱਤੀਆਂ ਹਨ, ਪਰ ਜੋ ਵਾਟਰ ਦੀ ਸਪੀਡ ਦਿੱਤੀ ਹੈ ਉਹ ਦਿੱਤੀ ਹੈ ਕਿਲੋਮੀਟਰ ਪਰ ਆਵਰ ਦੀ। ਸੋ ਸਾਨੂੰ ਕੀ ਕਰਨਾ ਪਏਗਾ, ਪਹਿਲਾਂ ਤਾਂ ਕਿਲੋਮੀਟਰ ਪਰ ਆਵਰ ਨੂੰ ਮੀਟਰ ਪਰ ਮਿੰਟ ਦੇ ਵਿੱਚ ਚੇਂਜ ਕਰਨਾ ਪਏਗਾ, ਕਿਉਂਕਿ ਇੱਥੇ ਮਿੰਟਸ ਦੀ ਗੱਲ ਹੈ, ਉੱਪਰ ਮੀਟਰਸ ਦੀ ਗੱਲ ਹੈ। ਸੋ ਸੇਮ ਹੀ ਇਹੀ ਹੈ, ਸਪੀਡ ਆਫ ਵਾਟਰ ਜੋ ਹੈ ਫਲੋਇੰਗ ਥਰੂ ਕੈਨਲ ਹੈ ਉਹ ਪਹਿਲਾਂ ਤਾਂ ਅਸੀਂ ਮਿੰਟਸ ਦੇ ਵਿੱਚ ਕਨਵਰਟ ਕਰੀਏ, ਮੀਟਰ ਪਰ ਮਿੰਟ ਦੇ ਵਿੱਚ ਕਨਵਰਟ ਕਰੀਏ। ਸੋ 10 ਹੈ, 10 ਕੀ ਹੈ ਕਿਲੋਮੀਟਰ ਹੈ। 1 ਕਿਲੋਮੀਟਰ ਜੋ ਹੁੰਦਾ ਹੈ that is equal to 1000 मीटर। सो 10 किलोमीटर है, इसमें 1000 ਨਾਲ ਮਲਟੀਪਲਾਈ ਕਰ ਦਿਓ। ਸੋ ਇੰਨੇ ਕਿਲੋਮੀਟਰ ਆ ਗਏ। ਹੁਣ ਪਰ ਕੀ ਹੈ 1 ਆਵਰ ਦੇ ਹੈ, ਪਰ ਆਵਰ ਮਤਲਬ 1 ਘੰਟੇ ਦੇ ਵਿੱਚ 10 ਕਿਲੋਮੀਟਰ ਤੱਕ ਪਾਣੀ ਟਰੈਵਲ ਕਰਦਾ ਹੈ। ਸੋ ਹੁਣ ਅਸੀਂ ਜੋ ਹਾਵਰਸ ਹਨ ਇਹਨੂੰ ਮਿੰਟਸ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਇਹਨੂੰ ਡਿਵਾਈਡ, ਹੁਣ ਇੱਥੇ 1 ਆਵਰ ਸੀ, 10 ਦੇ ਨੀਚੇ ਸਿਰਫ 1 ਸੀ ਇੱਥੇ। ਹੁਣ ਇੱਥੇ 1 ਆਵਰ ਦੀ ਜਗ੍ਹਾ ਤੇ ਹੈ ਕਿ ਮਿੰਟਸ ਦੀ ਗੱਲ ਕਰਨੀ ਹੈ। 1 ਆਵਰ ਦੇ ਵਿੱਚ ਕਿੰਨੇ ਮਿੰਟਸ ਹੁੰਦੇ ਹਨ ਇਜ਼ ਇਕੁਅਲ ਟੂ 60 ਮਿੰਟ। ਦੈਨ ਇੱਥੇ ਕੀ ਆ ਜਾਏਗਾ 60 ਆ ਜਾਏਗਾ ਨੀਚੇ। ਸੋ ਦਿਸ ਜੋ ਹੁਣ ਇਹ ਬਣੀ ਵੈਲਿਊ ਇਹ ਕੀ ਬਣੇਗੀ, ਇਹਦੇ ਯੂਨਿਟਸ ਕੀ ਹੋਣਗੇ ਮੀਟਰ ਪਰ ਮਿੰਟ। ਸੋ ਇੱਥੇ ਕੈਂਸਲ ਆਊਟ ਹੋ ਗਿਆ ਇੱਥੇ 10 ਦੇ ਨਾਲ। ਸੋ ਸਾਡੇ ਕੋਲ ਇਹਨੂੰ ਕੈਲਕੂਲੇਟ ਕਰ ਲਈਏ, ਵੈਲਿਊ ਕੀ ਆਈ ਹੈ 10,000। 10,000 ਸੀ, ਇੱਕ 0 ਕੱਟੀ ਗਈ 1000 ਰਹਿ ਗਿਆ। 1000 ਬਾਈ 6 ਮੀਟਰ ਪਰ ਮਿੰਟ। ਹੁਣ ਇਹ ਸੀ ਸਪੀਡ ਆਫ ਵਾਟਰ ਫਲੋਇੰਗ ਥਰੂ ਕੈਨਲ। ਕੈਨਲ ਦੇ ਵਿੱਚੋਂ ਪਾਣੀ ਦੀ ਸਪੀਡ ਬਾਹਰ ਆਉਣ ਦੀ ਇੰਨੀ ਹੈ। ਹੁਣ ਆ ਕਿੱਥੋਂ ਦੀ ਪਾਣੀ ਬਾਹਰ ਰਿਹਾ ਉਹ ਹੈ ਇਹ ਫੇਸ, ਜਿਹੜਾ ਇਹ ਡਾਇਗਰਾਮ ਦੇ ਵਿੱਚ ਮੈਂ ਤੇ ਸ਼ੇਡ ਕੀਤਾ ਰੀਜਨ। ਇਹ ਜੋ ਰੈਕਟੈਂਗਲ ਹੈ ਇਸ ਰੈਕਟੈਂਗਲ ਦੇ ਵਿੱਚੋਂ ਦੀ ਪਾਣੀ ਬਾਹਰ ਆ ਰਿਹਾ। ਸੋ ਇਸ ਏਰੀਆ ਦੇ ਵਿੱਚੋਂ ਪਾਣੀ ਬਾਹਰ ਆ ਰਿਹਾ। ਸੋ ਇਸ ਏਰੀਆ ਦੇ ਵਿੱਚੋਂ ਇਸ ਏਰੀਆ ਪਹਿਲਾਂ ਤਾਂ ਫਾਈਂਡ ਆਊਟ ਕਰੀਏ ਕ੍ਰਾਸ ਸੈਕਸ਼ਨ। ਇਸ ਜੋ ਫੇਸ ਦਾ ਏਰੀਆ ਹੋਏਗਾ ਉਹਨੂੰ ਕੀ ਕਹਿੰਦੇ ਆ ਏਰੀਆ ਆਫ ਕ੍ਰਾਸ ਸੈਕਸ਼ਨ। ਇੱਥੇ ਲਾਈਟ ਬਲੂ ਕਲਰ ਦੇ ਵਿੱਚ ਜਿੰਨਾ ਏਰੀਆ ਤੁਹਾਨੂੰ ਦਿਖ ਰਿਹਾ ਦੈਟ ਇਜ਼ ਦਾ ਏਰੀਆ ਆਫ ਕ੍ਰਾਸ ਸੈਕਸ਼ਨ। ਸੋ ਏਰੀਆ ਆਫ ਕ੍ਰਾਸ ਸੈਕਸ਼ਨ ਵਿਲ ਬੀ ਏਰੀਆ ਆਫ ਕ੍ਰਾਸ ਸੈਕਸ਼ਨ area of cross section of water flowing out of river।
ਸੋ ਰਿਵਰ ਦੇ ਵਿੱਚੋਂ ਕਿੰਨਾ ਏਰੀਆ ਬਾਹਰ ਮਤਲਬ ਕਿੰਨੇ ਏਰੀਆ ਦੇ ਵਿੱਚੋਂ ਪਾਣੀ ਬਾਹਰ ਆ ਰਿਹਾ ਹੈ ਉਹ ਹੈ ਏਰੀਆ ਆਫ ਕ੍ਰਾਸ ਸੈਕਸ਼ਨ ਦੈਟ ਇਜ਼ ਏਰੀਆ ਆਫ ਇਟਸ ਮਾਊਥ। ਹੁਣ ਰਿਵਰ ਇੱਥੇ ਤੁਹਾਨੂੰ ਕੈਨਲ ਹੈ, ਸੋ ਕੈਨਲ ਹੀ ਲਿਖ ਲਓ ਜੋ ਬੁਕਿਸ਼ ਲੈਂਗੁਏਜ ਦੇ ਵਿੱਚ ਹੈ। ਕੈਨਲ ਦੇ ਮਾਊਥ ਦਾ ਜੋ ਏਰੀਆ ਹੈ ਕ੍ਰਾਸ ਸੈਕਸ਼ਨ ਦੈਟ ਇਜ਼, ਹੁਣ ਦੇਖੋ ਇਹ ਰੈਕਟੈਂਗੂਲਰ ਸ਼ੇਪ ਹੈ, ਰੈਕਟੈਂਗਲ ਦਾ ਏਰੀਆ ਫਾइंड आउट ਕਿਵੇਂ ਕਰਾਂਗੇ, ਬੇਸ ਜੋ ਬ੍ਰੈਡਥ ਹੈ ਮਲਟੀਪਲਾਈ ਹਾਈਟ, ਸੋ ਹਾਈਟ ਮਲਟੀਪਲਾਈ ਬ੍ਰੈਡਥ ਦੇ ਨਾਲ ਸਾਡੇ ਕੋਲ ਕੀ ਆ ਜਾਏਗਾ, ਏਰੀਆ ਆ ਜਾਏਗਾ। ਸੋ ਹਾਈਟ ਕਿੰਨੀ ਸੀਗੀ 1.5 ਮੀਟਰ ਮਲਟੀਪਲਾਈ ਬਾय ਬ੍ਰੈਡਥ ਕਿੰਨੀ ਸੀਗੀ 6 ਮੀਟਰ, ਸੋ 1.5 ਨੂੰ ਜੇ 6 ਨਾਲ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ ਕੀ ਆ ਗਿਆ 9 ਮੀਟਰ। सो एरिया ऑफ क्रॉस सेक्शन क्या आया 9 मीटर। ਹੁਣ 9 ਮੀਟਰ ਜੋ ਏਰੀਆ ਆਫ ਕ੍ਰਾਸ ਸੈਕਸ਼ਨ ਹੈ ਮੀਟਰ ਸਕੁਅਰ 9 ਮੀਟਰ ਸਕੁਅਰ ਜੋ ਏਰੀਆ ਆਫ ਕ੍ਰਾਸ ਸੈਕਸ਼ਨ ਹੈ, ਇਸ ਏਰੀਆ ਦੇ ਵਿੱਚੋਂ ਜੋ ਵਾਟਰ ਫਲੋ ਕਰ ਰਿਹਾ ਹੈ ਕਿੰਨਾ 1000/6 ਮੀਟਰ ਪਰ ਮਿੰਟ ਦੇ ਵਿੱਚ, 1 ਮਿੰਟ ਦੇ ਵਿੱਚ 1000/6 ਮੀਟਰ ਜੋ ਹੈ ਉਹ ਇਹਦੇ ਵਿੱਚੋਂ ਫਲੋ ਕਰ ਜਾਂਦਾ ਹੈ। ਦੈਨ ਵੋਲਿਊਮ ਆਫ ਵਾਟਰ flowing through area of cross section of canal। सो area of cross section of canal ਦੇ ਥਰੂ ਕਿੰਨਾ ਪਾਣੀ ਬਾਹਰ ਆ ਰਿਹਾ ਹੈ 1 ਮਿੰਟ ਦੇ ਵਿੱਚ, ਉਹ ਅਸੀਂ ਕਿਵੇਂ ਫਾइंड ਆਊਟ ਕਰ ਸਕਦੇ ਹਾਂ, ਏਰੀਆ ਆਫ ਕ੍ਰਾਸ ਸੈਕਸ਼ਨ ਨੂੰ ਮਲਟੀਪਲਾਈ ਕਰ ਦਈਏ ਕਿੰਨਾ ਮੀਟਰ 1 ਮਿੰਟ ਦੇ ਵਿੱਚ ਪਾਣੀ ਬਾਹਰ ਆ ਰਿਹਾ ਹੈ। 1 ਮੀਟਰ ਕਿਹਦੇ ਬੰਨੇ ਨੂੰ ਹੈ ਇਧਰੋਂ, ਜੇ ਅਸੀਂ ਮੇਜਰ ਕਰਨਾ ਚੱਲੀਏ ਇਧਰ ਨੂੰ, ਸੋ 1000/6 ਮੀਟਰ ਜੋ ਹੈ 1 ਮਿੰਟ ਦੇ ਵਿੱਚ ਇਧਰੋਂ ਪਾਣੀ ਬਾਹਰ ਆ ਜਾਂਦਾ ਹੈ। ਸੋ 1000/6 ਨੂੰ ਅਸੀਂ ਜੇ ਮਲਟੀਪਲਾਈ ਕਰੀਏ ਕਿਹਦੇ ਨਾਲ 9 ਦੇ ਨਾਲ, ਸੋ ਇਹ ਕੀ ਆਏਗਾ volume of water that is flowing through the cross section of the canal in 1 minute, canal in 1 minute, इतने मिनट 1 मिनट ਦੇ ਵਿੱਚ इन्ना ਸਾਡੇ ਕੋਲ flow out ਕਰ ਗਿਆ ਬਾਹਰ। so this will be equal to, ਹੁਣ ਇਹਨੂੰ ਜੇ ਆਪਾਂ ਕੈਲਕੂਲੇਸ਼ਨਸ ਕਰ ਲਈਏ ਇੱਥੇ 3 ਦੇ ਉੱਪਰ ਦੋਨੋਂ ਜਾਣਗੇ, 3 3 9 3 2 6, so then in 1000 है 3000 हो गया ऊपर, 3000 divided by 2 इनको कट करिए, this is equal to 1500 मीटर क्यूब। so एक ही आया वॉल्यूम ऑफ वाटर flowing through area of cross section of canal in 1 minute is equal to 1500 मीटर क्यूब। ਹੁਣ ਅਸੀਂ ਕੀ फाइंड आउट करना है, वॉल्यूम ऑफ वाटर flowing through area of cross section of canal in 30 minutes। so volume of water flowing through area of cross section of canal in 30 minutes। so 30 minutes ਦੇ ਵਿੱਚ ਕਿੰਨਾ ਵੋਲਿਊਮ ਇਹਦੇ ਵਿੱਚੋਂ ਬਾਹਰ ਆਏਗਾ, we will just multiply this volume with 30, so 1500 ਨੂੰ ਅਸੀਂ ਕੀ ਕਰ ਦਾਂਗੇ ਮਲਟੀਪਲਾਈ ਕਰ ਦਾਂਗੇ 30 ਦੇ ਨਾਲ, so that will be 45, 15 ਨੂੰ 3 ਦੇ ਨਾਲ ਮਲਟੀਪਲਾਈ ਕੀਤਾ 45,000 मीटर क्यूब। सो इन्ना वाटर टोटल जो है 30 मिनट्स ਦੇ ਵਿੱਚ ਫਲੋ ਆਊਟ ਕਰ ਗਿਆ ਕੈਨਲ ਦੇ ਵਿੱਚੋਂ। ਹੁਣ ਇਹ ਵਾਟਰ ਕਿੱਥੇ ਆਇਆ, ਇੱਕ ਆਇਆ ਇੱਕ ਫੀਲਡ ਦੇ ਵਿੱਚ, ਏਰੀਆ ਅਸੀਂ ਜਿਹਦਾ ਫਾइंड ਆਊਟ ਕਰਨਾ। ਸਪੋਜ਼ ਕਰ ਲਓ ਇਹ ਕੀ ਹੈ ਫੀਲਡ ਹੈ, ਜੋ ਇੱਥੇ ਯੈਲੋ ਕਲਰ ਦਾ ਸ਼ੇਡਡ ਹੈ ਇਹ ਕੀ ਹੈ ਇਸਦਾ ਏਰੀਆ ਹੈ। ਸੋ ਜੋ ਇਹ ਉੱਪਰ ਨੂੰ ਮੈਂ ਇੱਥੇ ਇਹਨੂੰ ਇੱਕ ਕਿਊਬੋਇਡਲ ਸ਼ੇਪ ਦੇ ਵਿੱਚ ਤਾਂ ਸ਼ੋ ਕੀਤਾ ਕਿ ਉੱਪਰ ਇਸ ਦੇ ਉੱਪਰ ਪਾਣੀ ਖੜਾ ਹੈ ਜਿਹਦੀ ਹਾਈਟ ਕਿੰਨੀ ਹੈ 8 ਸੈਂਟੀਮੀਟਰ। ਸੋ we have to find the area ਜੋ ਇਹ yellow color ਦੇ ਵਿੱਚ ਹੈ। ਸੋ ਸਭ ਤੋਂ ਪਹਿਲਾਂ ਅਸੀਂ let suppose ਕਰ ਲੈਂਦੇ ਆ ਕਿ let A be the area, let A
B, the area irrigated by कैनल, जो कैनल सीगी ਉਹਦੇ द्वारा एरिया इरीगेटेड इन 30 मिनट्स। सो ये जो है वो की है साढ़े को कैनल कैनल के द्वारा जिन्ना एरिया इरीगेट किया जाएगा इन 30 मिनट्स। सो वो असी सपोज कर लिया ए ठीक है। हुण उस एरिया दे विच कितना पानी खड़ा है 8 सेंटीमीटर। सो साडे कोल वाटर स्टैंडिंग कितना है 8 सेंटीमीटर खड़ा है। सो जो 8 सेंटीमीटर इत्थे है इस हुण सारा सम साडा मीटर्स दे विच चल रहा है मिनट्स दे विच चल रहा है इत्थे 8 सेंटीमीटर फिर गिवन है इस 8 सेंटीमीटर नूं भी मीटर दे विच कन्वर्ट करना पएगा। सो 8 सेंटीमीटर 1 मीटर के इक्वल टू हुंदा है 100 सेंटीमीटर के इक्वल टू हुंदा है। दैन 1 सेंटीमीटर के बराबर होएगा 1 सेंटीमीटर के बराबर होएगा 1/100 मीटर। ये 100 इधर लै गए। हुण जो 1 सेंटीमीटर है इसकी जगह ते की चाहिए सानू 8 सेंटीमीटर दोनों साइड से 8 मल्टीप्लाई कर दो 8 सेंटीमीटर विल बी इक्वल टू 8/100 मीटर। सो ये कितना बनया एरिया दिस इज इक्वल टू 0.08 मीटर। सो सॉरी डिमेंशन जो ये डिमेंशन बनी 0.08। सो इत्थे की लिख सकते हैं 0.08 मीटर इन्नी हाइट है इस जगह की ऊपर जिन्ना पानी खड़ा है पानी की हाइट कितनी है 0.08 मीटर। हुण जो इस एरिया दे विच पानी आ गया वो कितना पानी है दैट इज इक्वल टू द वॉल्यूम ऑफ वाटर दैट फ्लोज आउट फ्रॉम द रिवर इन 30 मिनट्स। सो 30 मिनटां दे विच जिन्ना कैनल दे विचों पानी इधर आया ਉਹਦੀ वॉल्यूम किहदे बराबर होएगी जिन्ना पानी इधर है क्योंकि उधर का पानी सारा इधर आया है। सो वॉल्यूम ऑफ वाटर इन फील्ड सो वॉल्यूम ऑफ वाटर इन फील्ड विल बी इक्वल टू the volume of water flowing through the area of cross section of canal in 30 minutes। so कितनी है सो इत्थे पहला तो यही लिख दी वॉल्यूम ऑफ वाटर द वॉल्यूम ऑफ वाटर इन द फील्ड जेडी फील्ड है उसदे विच वॉल्यूम ऑफ वाटर केड़ी कितना होएगा वॉल्यूम ऑफ वाटर flowing through area of cross section of canal in 30 minutes। so 30 मिनट्स दे विच कितना वॉल्यूम जो वाटर है वो कैनल दे विच इधर आया उतना ही होएगा वाटर इन फील्ड दे बराबर। सो वो कितना है 45,000 मीटर क्यूब। सो इतना टोटल जो है पानी है वो किहदे च आ गया है फील्ड दे विच आ गया। हुण वॉल्यूम ऑफ फील्ड होएगी की इसका फार्मूला असीं इत्थे बनाउणा है ते इहदी जगह ते सबस्टिट्यूट करना है। वॉल्यूम ऑफ फील्ड हुण फील्ड देखो किहड़ी शेप दा बन रहा है एक क्यूबॉइडल शेप दा बन रहा है जिसदा सानू हाइट कितनी दित्ती है 8 सेंटीमीटर। सो उस दा फील्ड दा बेस दा एरिया असीं कटना है। सो इस क्यूबॉइड जे सपोज कर लो क्यूबॉइड ही इहदी वॉल्यूम असीं फाइंड आउट करनी तो दैन साडे कोल की हुंदा लेंथ मल्टीप्लाई ब्रेड्थ मल्टीप्लाई हाइट यही करीदा हाइट सानू इत्थे गिवन है लेंथ मल्टीप्लाई ब्रेड्थ की होएगा जे ये लेंथ होए इसदी ये ब्रेड्थ होए लेंथ मल्टीप्लाई ब्रेड्थ दैट विल बी द येलो एरिया। सो वो की होएगा एरिया। सो जो असीं इत्थे सपोज कीता एरिया मल्टीप्लाई हाइट की हुंदा है वॉल्यूम। सो वो की हो जाएगा बेस दा एरिया हो जाएगा। हुण देखो इत्थे बेस दा एरिया की पूरा अपना वॉल्यूम की आया वॉल्यूम ऑफ वाटर इन द फील्ड ही बनाना सीगा। सो बेस दा एरिया ए मल्टीप्लाई बाय हाइट।
ਸੋ ਦੋਨਾਂ ਨੂੰ ਮਲਟੀਪਲਾਈ ਕਰਦੀ ਤਾਂ ਸਾਡੇ ਕੋਲ ਕੀ ਆ ਜਾਏਗਾ ਵੋਲਿਊਮ ਆਫ ਵਾਟਰ ਇਨ ਫੀਲਡ ਉਹ ਕਿਹਦੇ ਬਰਾਬਰ ਸੀਗਾ ਵੋਲਿਊਮ ਆਫ ਵਾਟਰ ਫਲੋਇੰਗ ਥਰੂ ਏਰੀਆ ਆਫ ਕ੍ਰਾਸ ਸੈਕਸ਼ਨ ਆਫ ਕੈਨਲ ਇਨ 30 ਮਿੰਟਸ ਸੋ ਉਹ ਕਿੰਨਾ ਹੈ ਅਸੀਂ ਕੈਲਕੂਲੇਟ ਕੀਤਾ ਹੈ 45000 ਮੀਟਰ ਕਿਊਬ ਸੋ ਇਹ ਅਸੀਂ ਇੱਥੇ ਫਾਈਂਡ ਆਊਟ ਕਰਨਾ ਹੈ ਸੋ ਇਹਦੇ ਨਾਲ ਸਾਡਾ ਕੀ ਹੋ ਜਾਏਗਾ ਸਮ ਕਨਕਲੂਡ ਹੋ ਜਾਏਗਾ ਹੁਣ ਇਹ ਅਸੀਂ ਫਾਈਂਡ ਆਊਟ ਕਰਨਾ ਇਹਨੂੰ ਲੈਫਟ ਹੈਂਡ ਸਾਈਡ ਦੇ ਉੱਪਰ ਹੀ ਰਹਿਣ ਦਿਓ a is equal to ਰਾਈਟ ਹੈਂਡ ਸਾਈਡ ਤੇ ਸਾਡੇ ਕੋਲ ਕੀ ਹੈ 45000 ਮੀਟਰ ਕਿਊਬ ਹੁਣ ਇੱਥੇ ਮਲਟੀਪਲਾਈ ਹੈ ਇਹਦੇ ਨਾਲ ਹਾਈਟ ਉਧਰ ਜਾ ਕੇ ਕੀ ਹੋ ਜਾਏਗਾ ਹਾਈਟ ਡਿਵਾਈਡ ਹੋ ਜਾਏਗੀ ਸੋ ਦਿਸ ਵਿਲ ਬਿਕਮ 45000 divided by height ਕਿੰਨੀ ਸੀਗੀ 0.08 ਮੀਟਰ ਸੋ 0.08 ਸਾਡੇ ਕੋਲ ਇੱਥੇ ਡਿਵਾਈਡ ਕਰ ਦਾਂਗੇ ਸੋ this will be equal to 45000 over 8 multiply by 100 ਸੋ ਇਸ ਨੂੰ ਜੇ ਅਸੀਂ ਕੈਲਕੂਲੇਸ਼ਨ ਇਹਦੀਆਂ ਕਰੀਏ ਤਾਂ ਉਹ ਕੀ ਆਏਗਾ 56250 ਮੀਟਰ ਸਕੁਅਰ ਸੋ ਇੰਨਾ ਏਰੀਆ ਜੋ ਹੈ ਉਹ ਕੀ ਹੈ ਇਰੀਗੇਟ ਕਰੇਗਾ ਕੈਨਲ ਦਾ ਵਾਟਰ ਇਨ 30 ਮਿੰਟਸ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹਦਾ ਜੋ ਨੈਕਸਟ ਸਮ ਹੈ ਉਹ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਉਹਦੇ ਵਿੱਚ ਕ੍ਰਾਸ ਸੈਕਸ਼ਨ ਦਾ ਕਨਸੈਪਟ ਹੈ ਜਦੋਂ ਵੀ ਕੋਈ ਕ੍ਰਾਸ ਸੈਕਸ਼ਨ ਆਉਂਦਾ ਹੈ ਤਾਂ ਉਸ ਕ੍ਰਾਸ ਸੈਕਸ਼ਨ ਦਾ ਏਰੀਆ ਮਲਟੀਪਲਾਈ ਜਾਂ ਲੈਂਥ ਜਿੰਨਾ ਵੀ ਉਹਦੇ ਨਾਲ ਮਲਟੀਪਲਾਈ ਕਰਦੀ ਹੈ ਜਾਂ ਹਾਈਟ ਹੋਵੇ ਉਹ ਮਲਟੀਪਲਾਈ ਕਰਦੀ ਹੈ ਜਾਂ ਪਾਈਪ ਹੋਏ ਨੈਕਸਟ ਪਾਈਪ ਹੈ ਉਹਦੀ ਪਾਈਪ ਦੀ ਲੈਂਥ ਮਲਟੀਪਲਾਈ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ that ਉਹਦੇ ਨਾਲ ਸਾਡੇ ਨਾਲ ਕੋਲ ਕੀ ਆ ਜਾਏਗਾ the volume of water in the that pipe ਸੋ ਇਸ ਤਰੀਕੇ ਨਾਲ ਤੁਸੀਂ ਨੈਕਸਟ ਸਮ ਕਰ ਸਕਦੇ ਹੋ ਸੋ ਟਰਾਈ ਉਹਨੂੰ ਕਰੋ ਜੇ ਨਹੀਂ ਸੋਲਵ ਹੁੰਦਾ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਨੂੰ ਉਹਦੀ ਵੀਡੀਓ ਸੈਂਡ ਕਰ ਦੂੰਗਾ ਥੈਂਕਸ